ਅੱਜ ਗੱਲ ਕਰਦੇ ਹਾਂ ਰਜਿੰਦਰਾ ਹਸਪੀਟਲ ਪਟਿਆਲਾ ਦੀ। ਮੈਂ ਬਤੌਰ ਬੱਚਿਆਂ ਦੀ ਡਾਕਟਰ ਆਊਟਡੋਰ ਵਿੱਚ ਉੱਥੇ ਬੈਠੀ ਸਾਂ। ਗੱਲ ਰਤਾ ਕੁ ਪੁਰਾਣੀ ਜੇ। ਇੱਕ ਮਾਂ ਆਪਣੇ ਨਿੱਕੇ ਜਿਹੇ ਬੱਚੇ ਨੂੰ ਦਿਖਾਉਣ ਲਈ ਖੌਰੇ 2.5 ਜਾਂ 3 ਸਾਲ ਦਾ ਹੋਏਗਾ। ਆ ਕੇ ਉਸਨੇ ਚੈੱਕਅਪ ਕਰਵਾਇਆ, ਉਹਨੂੰ ਦਵਾਈ ਲਿਖੀ, ਇੱਕ ਅੱਧ ਟੈਸਟ ਵੀ ਸੀ ਤੇ ਕਰਾ ਕੇ ਜਦੋਂ ਆਦਤ ਸੀ ਕਿ ਜਦੋਂ ਵੀ ਕੋਈ ਬੱਚੇ ਦਿਖਾਉਣ ਆਉਂਦੇ ਸਨ, ਇੱਕ ਨਿੱਕੀ ਜਿਹੀ ਟੌਫੀ ਮੈਂ ਉਹਨੂੰ ਫੜਾ ਦੇਣੀ। ਉਸੇ ਤਰ੍ਹਾਂ ਉਸ ਦਿਨ ਵੀ ਉਸ ਬੱਚੇ ਨੂੰ ਇੱਕ ਟੌਫੀ ਫੜਾਈ, ਪਰ ਉਹ ਟੌਫੀ ਨੇ ਅੱਗੋਂ ਕੀ ਕਮਾਲ ਕਰਨਾ ਸੀ ਮੈਨੂੰ ਉਦੋਂ ਅੰਦਾਜ਼ਾ ਵੀ ਨਹੀਂ ਸੀ। ਹੋਇਆ ਇੰਜ ਕਿ ਉਹ ਬੱਚਾ ਜਦੋਂ ਟੈਸਟ ਕਰਵਾ ਕੇ ਵਾਪਸ ਆਇਆ ਤੇ ਉਸਨੇ ਮੈਨੂੰ ਕਿਹਾ, ਡਾਕਟਰ ਮਾਸੀ ਮੈਂ ਇੱਕ ਗੱਲ ਕਰਨੀ ਹੈ। ਬੜਾ ਅਜੀਬ ਲੱਗਿਆ ਕਿ ਪਹਿਲੀ ਵਾਰ ਆਇਆ, ਪਰ ਵੇਖੋ ਕਿੰਨੇ ਭੋਲੇ ਹੁੰਦੇ ਨੇ ਨਾ ਬੱਚੇ। ਇੱਕ ਰਿਸ਼ਤਾ ਹੀ ਗੰਢ ਲਿਆ, ਡਾਕਟਰ ਮਾਸੀ, ਤੇ ਮੈਨੂੰ ਵੀ ਬੜਾ ਚੰਗਾ ਜਿਹਾ ਲੱਗਿਆ। ਹਾਂ ਬੱਚੇ, ਦੱਸ ਕੀ ਗੱਲ ਕਰਨੀ? ਕਹਿਣ ਲੱਗਾ, ਮਾਸੀ ਜੀ ਮੇਰੇ ਮੰਮੀ ਨੂੰ ਕਹੋ ਮੈਂ ਮੋਟਰਸਾਈਕਲ ਲੈਣਾ। ਮੈਨੂੰ ਹਾਸਾ ਆ ਗਿਆ। ਮੈਂ ਸੋਚਿਆ ਖਿਡੌਣੇ ਦੀ ਗੱਲ ਕਰਦਾ ਹੁਣ। ਮੈਂ ਕਿਹਾ, ਚੰਗਾ ਅਗਲੀ ਵਾਰ ਜਦੋਂ ਆਏਗਾ ਨਾ, ਮੈਂ ਤੇਰੇ ਲਈ ਨਿੱਕਾ ਜਿਹਾ ਮੋਟਰਸਾਈਕਲ ਲਿਆ ਕੇ ਦੇਵਾਂਗੀ। ਨਾ ਨਾ ਮਾਸੀ ਜੀ, ਨਿੱਕਾ ਨਹੀਂ, ਮੈਂ ਖਿਡੌਣਾ ਨਹੀਂ ਲੈਣਾ, ਮੈਂ ਵੱਡਾ ਮੋਟਰਸਾਈਕਲ ਲੈਣਾ। ਮੈਂ ਵੀ ਤੇ ਮੇਰੇ ਨਾਲ ਖੜੇ ਇੱਕ ਹੋਰ ਡਾਕਟਰ ਵੀ, ਅਸੀਂ ਖਿੜਖਿੜਾ ਕੇ ਹੱਸੇ। ਓਏ ਵਿਦਿਆ, ਮੋਟਰਸਾਈਕਲ ਦੇ ਟਾਇਰ ਜਿੰਨਾ ਤਾਂ ਤੂੰ ਆਪ ਕੀ ਚਲਾਏਂਗਾ, ਕਿਵੇਂ ਚੜ੍ਹੇਂਗਾ ਉਹਦੇ ਉੱਤੇ? ਨਹੀਂ ਮਾਸੀ ਜੀ, ਤੁਸੀਂ ਮੇਰੇ ਮੰਮੀ ਨੂੰ ਕਹੋ ਮੈਂ ਮੋਟਰਸਾਈਕਲ ਲੈਣਾ। ਉਹਦੇ ਕੁਛ ਅਜੀਬ ਜਿਹੀ ਖਿੱਚ ਸੀ ਬੱਚੇ 'ਚ, ਤੇ ਮੈਂ ਉਸਦੀ ਮਾਂ ਨੂੰ ਕਹਿ ਦਿੱਤਾ, ਭਈ ਤੂੰ ਵਾਅਦਾ ਕਰ ਜਦੋਂ ਇਹ ਵੱਡਾ ਹੋਏਗਾ ਇਹਨੂੰ ਮੋਟਰਸਾਈਕਲ ਲੈ ਕੇ ਦੇਂਗੀ। ਉਹ ਕਹਿਣ ਲੱਗੀ, ਡਾਕਟਰ ਜੀ ਇਹ ਤਾਂ ਨਾ ਸਾਡੀ ਮੱਤ ਮਾਰੀ ਰੱਖਦਾ, ਖਰੇ ਕੀ ਇਹਨੇ ਦਿਮਾਗ ਨੂੰ ਚੜ੍ਹਿਆ ਪਿਆ ਮੋਟਰਸਾਈਕਲ ਦਾ ਬੁਖਾਰ ਕਿ ਦਿਨ ਰਾਤ ਸੁੱਤੇ ਉੱਠੇ ਵੀ ਜਦੋਂ ਵੀ ਕਿਤੇ ਖੜਾ ਹੋਵੇ ਇਹਦੀ ਇੱਕੋ ਹੀ ਮੰਗ ਹੈ, ਮੈਂ ਮੋਟਰਸਾਈਕਲ ਲੈਣਾ। ਤੇ ਮੈਂ ਉਹਨੂੰ ਕਿਹਾ, ਠੀਕ ਹੈ ਬੱਚੇ, ਤੂੰ ਜਦੋਂ ਵੱਡਾ ਹੋਏਗਾ ਨਾ, ਚਲਾਉਣ ਜੋਗਾ ਬਣੇਗਾ, ਜ਼ਰੂਰ ਲੈ ਕੇ ਦੇਵਾਂਗੇ। ਗੱਲ ਆਈ ਗਈ ਹੋ ਗਈ। ਫਿਰ ਕਿਤੇ ਆਏ ਹੋਣਗੇ ਉਹ 15 ਦਿਨੀ ਦੁਬਾਰਾ ਚੈੱਕਅਪ ਲਈ। ਫਿਰ ਉਸ ਬੱਚੇ ਨੇ ਉਸੇ ਤਰ੍ਹਾਂ, ਡਾਕਟਰ ਮਾਸੀ, ਡਾਕਟਰ ਮਾਸੀ। ਹਾਂ ਬੇਟਾ, ਕੀ ਗੱਲ ਏ? ਤੁਸੀਂ ਮੰਮੀ ਨੂੰ ਕਹੋ ਮੈਂ ਮੋਟਰਸਾਈਕਲ ਜ਼ਰੂਰ ਲੈਣਾ। ਉਹ ਗੱਲ ਇਸ ਤਰੀਕੇ ਦੀ ਖਿੱਚ ਭਰੀ ਕਰਦਾ ਸੀ ਕਿ ਬਦੋ ਬਦੀ ਉਹ ਮੈਨੂੰ ਫਿਰ ਇਸੇ ਤਰ੍ਹਾਂ ਹੀ ਕਹਿਣਾ ਪਿਆ, ਹਾਂ ਬੱਚਾ ਜ਼ਰੂਰ। ਤੇ ਉਹਦੇ ਸਾਹਮਣੇ ਉਹਦੀ ਮਾਂ ਦਾ ਹੱਥ ਫੜ ਕੇ ਮੈਂ ਕਿਹਾ, ਕਰ ਬਈ ਵਾਅਦਾ, ਜਦੋਂ ਵੱਡਾ ਹੋਏਗਾ, ਚਲਾਉਣ ਜੋਗਾ ਹੋਏਗਾ, ਇਹਨੂੰ ਮੋਟਰਸਾਈਕਲ ਜ਼ਰੂਰ ਲੈ ਕੇ ਦੇਣਾ। ਫਿਰ 1 ਵਾਰ, 2 ਵਾਰ, 3 ਵਾਰ, ਖੌਰੇ ਕਿੰਨੀ ਵਾਰ ਉਹ ਬੱਚਾ ਆਇਆ, ਪਰ ਉਹਦੇ ਨਾਲ ਉਹਨੂੰ ਵੇਖਦੇ ਸਾਰ ਇੱਕ ਮੋਟਰਸਾਈਕਲ ਦਾ ਅਕਸ ਮਨ ਦੇ ਅੰਦਰ ਤਿਆਰ ਹੋ ਜਾਂਦਾ ਸੀ। ਇੱਕ ਵਾਰ ਇਸੇ ਤਰ੍ਹਾਂ ਖੌਰੇ ਕਿਸ ਤਰੀਕੇ ਦੀ ਸਾਂਝ ਗੰਢੀ ਗਈ ਸੀ ਕਿ ਮੈਂ ਇੱਕ ਮੋਟਰਸਾਈਕਲ ਦਾ ਛੋਟਾ ਜਿਹਾ ਖਿਡੌਣਾ ਆਪਣੇ ਪਰਸ 'ਚ ਹੀ ਰੱਖ ਲਿਆ ਕਿ ਜਦੋਂ ਵੀ ਕਦੇ ਫਿਰ ਉਹ ਦਿਖਾਣ ਆਇਆ, ਇਹ ਮੋਟਰਸਾਈਕਲ ਉਹਨੂੰ ਮੈਂ ਦੇ ਦੇਣਾ। ਤੇ ਉਹ ਬੱਚਾ ਫਿਰ ਇੱਕ ਵਾਰ ਇਸੇ ਤਰ੍ਹਾਂ ਕਿਤੇ 2 ਮਹੀਨਿਆਂ ਬਾਅਦ ਦਿਖਾਣ ਆਇਆ, ਮੈਂ ਉਹਨੂੰ ਮੋਟਰਸਾਈਕਲ ਦਿੱਤਾ ਤਾਂ ਅੱਜ ਤੱਕ ਮੈਂ ਭੁੱਲ ਨਹੀਂ ਸਕੀ ਕਿੰਨੇ ਚਾਅ ਨਾਲ ਉਹ ਛਲਾਂਗਾ ਮਾਰਦਾ, ਬਾਕੀ ਬੱਚਿਆਂ ਨੂੰ ਵਿਖਾਉਂਦਾ, ਖੁਸ਼ ਸੀ, ਇੰਨਾ ਕਿਲਕਾਰੀਆਂ ਮਾਰਦਾ, ਉਹ ਡਾਕਟਰ ਮਾਸੀ ਮੋਟਰਸਾਈਕਲ ਦਿੱਤਾ, ਪਰ ਮੈਂ ਇਹ ਨਹੀਂ ਲੈਣਾ, ਮੈਂ ਇਹਦੇ ਨਾਲ ਇੱਥੇ ਹੀ ਖੇਡ ਲੈਣਾ, ਵਾਪਿਸ ਦੇ ਜਾਊਂਗਾ, ਮੈਂ ਤਾਂ ਵੱਡਾ ਵਾਲਾ ਮੋਟਰਸਾਈਕਲ ਲੈਣਾ। ਕਿੰਨੇ ਭੋਲੇ ਹੁੰਦੇ ਨੇ ਬੱਚੇ। ਪਰ ਉਹ ਜ਼ਿੱਦ ਵੀ ਨਹੀਂ ਸੀ, ਕੁਝ ਅਜੀਬ ਜਿਹੀ ਗੱਲ ਸੀ। ਜਿਸ ਤਰੀਕੇ ਦਾ ਉਹ ਮੰਗਦਾ ਸੀ, ਇੰਜ ਜਾਪਦਾ ਸੀ ਜਿਵੇਂ ਜ਼ਿੰਦਗੀ ਦੀ ਉਹਦੀ ਤਮੰਨਾ ਹੀ ਸਿਰਫ ਇੱਕੋ ਹੈ। ਹੋਰ ਕਦੇ ਕਿਸੇ ਚੀਜ਼ ਦੀ ਉਹਨੇ ਜ਼ਿੱਦ ਨਹੀਂ ਸੀ ਕੀਤੀ। ਖੇਡ ਕੇ ਉੱਥੇ ਹੀ ਛੱਡ ਗਿਆ, ਨਾਲ ਨਹੀਂ ਲੈ ਕੇ ਗਿਆ।
ਉਹ ਮੋਟਰਸਾਈਕਲ ਸਿਰਫ ਇਸ ਜ਼ਿੱਦ ਨਾਲ ਕਿ ਮੈਂ ਤੇ ਵੱਡਾ ਹੀ ਲਵਾਂਗਾ, ਇੱਕੋ ਵਾਰ ਲੈਣਾ, ਇਹੋ ਜਿਹੇ ਖਿਡੌਣੇ ਨਹੀਂ ਲੈਣੇ। ਬੱਚੇ ਆਮ ਖਿਡੌਣੇ ਛੱਡਦੇ ਨਹੀਂ, ਪਰ ਉਹਦਾ ਉਹ ਛੱਡ ਕੇ ਜਾਣਾ ਤੇ ਫਿਰ ਉਸੇ ਗੱਲ ਤੇ ਅੜੇ ਰਹਿਣਾ, ਇੱਕ ਵੱਡਾ ਮੋਟਰਸਾਈਕਲ ਲੈਣਾ, ਕੁਛ ਕਮਾਲ ਕਰ ਰਿਹਾ ਸੀ। ਕੁਛ ਦਿਲ 'ਚ ਡੂੰਘਾ ਜਿਹਾ ਬਹਿ ਗਿਆ ਕਿ ਇਹ ਕੁਛ ਵਾਕੇ ਬਾਕੀਆਂ ਨਾਲੋਂ। ਫਿਰ ਹੌਲੀ ਹੌਲੀ ਮੈਂ ਆਪਣੇ ਰੁਝੇਵਿਆਂ 'ਚ ਸੀ, ਉਹ ਵੀ ਕਿਤੇ ਆਪਣੇ ਰੁਝੇਵਿਆਂ 'ਚ ਗੁੰਮ ਹੋ ਗਏ। ਕਾਫੀ ਚਿਰ ਆਏ ਨਹੀਂ। ਫਿਰ ਇੱਕ ਦਿਨ ਜਦੋਂ ਦਿਖਾਉਣ ਪਹੁੰਚੇ ਤਾਂ ਉਹਦੀ ਮਾਂ ਉਨੀ ਖੁਸ਼ ਨਹੀਂ ਲੱਗੀ। ਮੈਨੂੰ ਉਹਦੇ ਚਿਹਰੇ ਤੇ ਬੜੀ ਚਿੰਤਾ ਜਿਹੀ ਦਿਸ ਰਹੀ ਸੀ। ਖਰੇ 4 ਜਾਂ 5 ਸਾਲ ਬਾਅਦ ਉਹ ਮੇਰੇ ਕੋਲ ਆਈ ਸੀ। ਮੈਨੂੰ ਪਛਾਣਨ ਵਿੱਚ ਵੀ ਰੱਤਾ ਕੁ ਦੇਰ ਲੱਗੀ। ਧੌਲੇ ਵੀ ਉਹਦੇ ਆਉਣੇ ਸ਼ੁਰੂ ਹੋ ਗਏ। ਮੈਂ ਬੜੀ ਹੈਰਾਨ ਸਾਂ ਕਿ ਇੱਕਦਮ ਇੰਨੀ ਤਬਦੀਲੀ। ਕੁਛ ਲੱਗਿਆ ਸ਼ਾਇਦ ਕੋਈ ਬਿਮਾਰੀ ਇਹਨੂੰ ਲੱਗ ਗਈ ਜਾਂ ਕੀ ਹੋਇਆ, ਜਾਂ ਘਰ ਬਾਚ ਕੋਈ ਹੋ ਸਕਦਾ ਕੁਛ ਮੁਸ਼ਕਿਲ ਹੋਵੇ ਘਰ ਦੇ ਅੰਦਰ, ਸਮਝ ਜਿਹੀ ਨਹੀਂ ਆਈ। ਪਰ ਇੱਕ ਆਪਣੱਤ ਜਿਹੀ ਦਾ ਰਿਸ਼ਤਾ ਸੀ ਉਹਦੇ ਨਾਲ। ਤਾਂ ਮੈਂ ਪੁੱਛ ਲਿਆ, ਕੁਛ ਮਾੜਾ ਵਾਪਰਿਆ? ਕਿਵੇਂ, ਕਿਸ ਤਰੀਕੇ ਦੇ ਤੇਰੇ ਕੁਛ ਕੱਪੜੇ ਵੀ ਅੱਜ ਠੀਕ ਨਹੀਂ ਲੱਗ ਰਹੇ, ਅੱਜ ਵਾਲ ਵੀ ਠੀਕ ਨਹੀਂ ਵਾਏ, ਕੀ ਹੋਇਆ? ਉਹ ਕੁਝ ਬੋਲੀ ਨਹੀਂ। ਮੈਂ ਬੱਚੇ ਨੂੰ ਪੁੱਛਣਾ ਚਾਹਿਆ, ਪੁੱਤਰ ਠੀਕ ਹੈ? ਪਰ ਉਹਦੀ ਇੱਕੋ ਹੀ ਜ਼ਿੱਦ, ਡਾਕਟਰ ਮਾਸੀ ਮੰਮੀ ਤੋਂ ਲੈ, ਮੈਨੂੰ ਪ੍ਰੋਮਿਸ ਕਰਾ ਕੇ ਦੇ, ਮੈਂ ਮੋਟਰਸਾਈਕਲ ਲੈਣਾ। ਤੇ ਮੈਂ ਉਸੇ ਤਰ੍ਹਾਂ ਹਮੇਸ਼ਾ ਵਾਂਗ ਫਿਰ ਉਹਦਾ ਹੱਥ, ਉਹਦੀ ਮਾਂ ਦਾ ਹੱਥ 'ਚ ਫੜਿਆ ਤਾਂ ਕੁਛ ਠੰਡਾ ਤੇ ਖੁਰਦਰਾ ਜਿਹਾ ਸੀ। ਉਸ ਤਰੀਕੇ ਦਾ ਨਿੱਘ ਜਿਹਾ ਮਹਿਸੂਸ ਨਹੀਂ ਹੋਇਆ। ਦਵਾਈਆਂ ਲੈ ਕੇ ਜਦੋਂ ਵਾਪਸ ਮੁੜੀ, ਮੈਂ ਉਹਨੂੰ ਬਿਠਾ ਲਿਆ, ਪੁੱਛਿਆ, ਦਿਲ ਦੀ ਗੱਲ ਦੱਸ ਤਾਂ ਸਹੀ, ਕੀ ਹੋਇਆ ਏ? ਉਹ ਫਿੱਸ ਪਈ, ਫਿਰ ਬਹੁਤ ਰੋਈ। ਕਹਿਣ ਲੱਗੀ, ਮੇਰਾ ਪਤੀ ਨਸ਼ੇ ਕਰਨ ਲੱਗ ਗਿਆ। ਉਸ ਨਸ਼ੇ ਦੇ ਦੌਰਾਨ ਉਹਨੇ ਘਰ ਦਾ ਕੁਝ ਨਹੀਂ ਛੱਡਿਆ। ਹੁਣ ਤਾਂ ਪਤਾ ਨਹੀਂ ਅੱਜ ਦਾ ਦਿਨ ਹੈ ਉਹਦੇ ਲਈ ਕਿ ਕੱਲ੍ਹ ਦਾ ਦਿਨ, ਕਦੇ ਵੀ ਮੋਇਆ। ਪਰ ਇਸ ਹਾਲ ਵਿੱਚ ਹੁਣ ਸਾਡੇ ਕੋਲ ਕੁਝ ਖਾਣ ਨੂੰ ਵੀ ਨਹੀਂ ਰਿਹਾ। ਮੈਂ ਤਾਂ ਬਹੁਤ ਔਖੇ ਜਿਹੇ ਕੁਝ ਥਾਂ ਜ਼ਮੀਨ ਦਾ ਰੱਤਾ ਜਿਹਾ ਟੋਟਾ ਸਾਂਭਿਆ ਕਿਤੇ ਵੱਖ, ਕਿਉਂਕਿ ਘਰ ਦੇ ਭਾਂਡੇ ਟੀਂਡੇ ਵੀ ਵੇਚ ਦਿੱਤੇ ਨੇ ਉਹਨੇ, ਕੁਝ ਨਹੀਂ ਛੱਡਿਆ। ਪਰ ਮੈਂ ਇਸ ਬੱਚੇ ਲਈ ਉਹ ਜ਼ਮੀਨ, ਥੋੜ੍ਹਾ ਜਿਹਾ ਟੋਟਾ ਜਿਹੜਾ ਲੁਕਾ ਕੇ ਰੱਖਿਆ, ਤੇ ਇਹਨੂੰ ਵੀ ਦਿਸਦਾ ਕਿ ਜਦੋਂ ਘਰ ਹੀ ਕੁਝ ਨਹੀਂ ਬਚਿਆ, ਮੇਰਾ ਮੋਟਰਸਾਈਕਲ ਕਿਵੇਂ ਆਉਣਾ? ਕੀ ਦੱਸਾਂ ਪੁੱਤਰ ਨੂੰ, ਤੂੰ ਮੋਟਰਸਾਈਕਲ ਨੂੰ ਉਡੀਕਦਾ, ਮੈਨੂੰ ਤਾਂ ਇਹ ਨਹੀਂ ਪਤਾ ਮੇਰਾ ਸਿਰ ਦਾ ਸਾਈਂ ਰਹਿਣਾ ਜਾਂ ਨਹੀਂ। ਦਿਲ ਨੂੰ ਹੌਲ ਜਿਹਾ ਪਿਆ, ਦਿਲ ਵਲੂੰਦਰਿਆ ਗਿਆ। ਸਮਝ ਨਹੀਂ ਸੀ ਆਉਂਦੀ ਕਿਸ ਤਰੀਕੇ ਦਾ ਉਹਨੂੰ ਸਹਾਰਾ ਦੇਵਾਂ, ਕਿਵੇਂ ਸਭ ਕੁਝ ਠੀਕ ਕਰ ਸਕਦੀ ਹਾਂ। ਬਤੌਰ ਡਾਕਟਰ ਜਿੰਨੀ ਕੁ ਹਿੰਮਤ ਦੇ ਸਕਦੀ ਸਾਂ ਦਿੱਤੀ। ਕੁਝ ਉਹਨੇ ਕੋਸਿਆ ਸਰਕਾਰਾਂ ਨੂੰ, ਕੁਝ ਨਸ਼ੇ ਦੇ ਵਪਾਰੀਆਂ ਨੂੰ, ਮਾੜਾ ਚੰਗਾ ਵੀ ਬੋਲਿਆ। ਮੈਂ ਨਾਲ ਹਾਮੀ ਭਰੀ ਕਿ ਵਾਕਈ ਖਰੇ ਕਿੰਨੇ ਘਰ ਇਸ ਨਸ਼ੇ ਨੇ ਸੱਚਮੁੱਚ ਆਪਣੀ ਚਪੇਟ ਵਿੱਚ ਲੈ ਕੇ ਖ਼ਤਮ ਕੀਤੇ ਨੇ। ਪਤਾ ਨਹੀਂ ਕਿੰਨਿਆਂ ਬੱਚਿਆਂ ਦੀਆਂ ਸਦਰਾਂ ਇਸੇ ਤਰੀਕੇ ਖ਼ਤਮ ਹੋਈਆਂ ਨੇ। ਕਿੰਨਾ ਹੀ ਹੌਸਲਾ ਦਿੱਤਾ, ਉਹਨੂੰ ਤੋਰਿਆ, ਪਰ ਆਖਰੀ ਜਾਂਦੇ ਸਮੇਂ ਫਿਰ ਉਹ ਵਾਅਦਾ ਬੱਚੇ ਨੇ ਮੈਨੂੰ ਯਾਦ ਕਰਾਇਆ। ਪਤਾ ਨਹੀਂ ਦਿਲ 'ਚ ਕਿਤੇ ਦਰਦ ਜਿਹਾ ਸੀ, ਡਰ ਵੀ ਸੀ, ਪਤਾ ਨਹੀਂ ਇਸ ਬੱਚੇ ਦੀ ਉਹ ਮੰਗ ਪੂਰੀ ਹੋਵੇਗੀ ਜਾਂ ਨਹੀਂ। ਫਿਰ ਵੀ ਹੌਸਲਾ ਦਿੱਤਾ, ਹਾਂ ਬੱਚੇ ਮੈਂ ਤੇਰੇ ਨਾਲ ਹਾਂ, ਜੇ ਮਾਂ ਨਾ ਦੇ ਸਕੀ ਕੁਝ ਹਿੱਸਾ ਤੇਰੀ ਡਾਕਟਰ ਮਾਸੀ ਪਾ ਦੇਗੀ, ਤੈਨੂੰ ਮੋਟਰਸਾਈਕਲ ਜ਼ਰੂਰ ਲੈ ਕੇ ਦਿਆਂਗੇ। ਫਿਰ ਸਮਾਂ ਲੰਘਿਆ, ਖਰੇ ਹੋਰ ਲੰਘ ਗਏ ਹੋਣੇ ਨੇ 4-5 ਸਾਲ। ਕਿਤੇ ਚੇਤੇ 'ਚੋਂ ਵਿਸਰ ਵੀ ਗਿਆ ਕਿ ਉਹ ਬੱਚੇ ਨੇ ਆਉਣਾ ਸੀ, ਕਿਉਂਕਿ ਰੁਝੇਵੇਂ ਜ਼ਿੰਦਗੀ ਦੇ ਬਹੁਤ ਅਲੱਗ ਜਿਹੇ ਥਾਂ 'ਤੇ ਲਿਆ ਖੜੇ ਕਰਦੇ ਨੇ। ਅੱਜ ਵੀ ਮੈਨੂੰ ਚੇਤੇ ਹੈ ਕਿ ਉਦੋਂ ਜਨਵਰੀ ਦੇ ਵਿੱਚ ਬੜੀ ਠੰਡ ਸੀ।
ਅਸੀਂ ਹੀਟਰ ਲਾ ਕੇ ਬੈਠੇ ਸਾਂ, ਕਮਰੇ ਦਾ ਅੱਧਾ ਦਰਵਾਜ਼ਾ ਬੰਦ ਕਰਕੇ, ਤੇ ਇੱਕ ਔਰਤ ਇੱਕਦਮ ਆਈ। ਥੋੜ੍ਹੀ ਜਿਹੇ ਸਨ, ਮਰੀਜ਼ ਬਹੁਤੇ ਨਹੀਂ ਸਨ। ਇੱਕ ਔਰਤ ਵੜ ਕੇ ਅੰਦਰ ਤੇ ਚਫਾਲ ਠਾ ਕਰਕੇ ਡਿੱਗੀ ਕੰਧ ਦੇ ਨਾਲ। ਇੱਕਦਮ ਘਬਰਾ ਕੇ ਅਸੀਂ ਖੜੇ ਹੋਏ। ਕੌਣ ਏ? ਕੀ ਹੋਇਆ? ਉਸ ਔਰਤ ਦੇ ਵਾਲ ਖਿਲਰੇ ਪਏ ਸਨ, ਕੱਪੜੇ ਅੱਧੇ ਪਾਟੇ ਹੋਏ। ਠੰਡ ਦੇ ਵਿੱਚ ਦਿਸ ਰਿਹਾ ਸੀ ਕਿ ਜਿਸ ਹਾਲਤ ਵਿੱਚ ਉਹ ਪਈ ਏ, ਠੰਡੀ ਯੱਖ ਤੇ ਚਿਹਰੇ ਉੱਤੇ ਜੋ ਉਹਦੇ ਹਾਵ ਭਾਵ ਸਨ, ਉਹ ਤਾਂ ਪੜ੍ਹਨ ਯੋਗ ਵੀ ਨਹੀਂ ਸਨ। ਇਸ ਤਰੀਕੇ ਡਿੱਗੀ ਸੀ ਉਹ ਕਿ ਜਿਵੇਂ ਆਖਰੀ ਸਾਹ ਹੀ ਲੈਣ ਵਾਲੀ ਹਾਲਤ 'ਚ ਹੋਏ। ਝਟਪਟ ਅਸੀਂ 2-3 ਜਣਿਆਂ ਨੇ ਚੁੱਕਿਆ, ਮੰਜੇ ਤੇ ਪਾਇਆ ਤੇ ਉਹਨੂੰ ਪੁੱਛਿਆ, ਠੀਕ ਹੈ? ਉਹਦੀਆਂ ਅੱਖਾਂ ਪਥਰਾਈਆਂ ਪਈਆਂ ਸਨ, ਕੁਝ ਵੀ ਨਾ ਬੋਲੀ। ਪਾਣੀ ਦਿੱਤਾ, ਅੰਦਰ ਅੱਧਾ ਕੁ ਘੁੱਟ ਲੰਘਾਇਆ, ਅੱਧਾ ਕੱਢ ਦਿੱਤਾ। ਸਾਨੂੰ ਜਾਪਿਆ ਕਿ ਸ਼ਾਇਦ ਆਖਰੀ ਸਾਹਾਂ ਤੇ ਹੈ ਕੀ। ਚੈੱਕਅਪ ਕੀਤਾ, ਘਬਰਾਹਟ ਸੀ ਸਾਨੂੰ ਵੀ ਕਿ ਠੰਡ ਵੀ ਏ। ਨਿੱਘ ਲਈ ਹੀਟਰ ਨੇੜੇ ਕੀਤਾ। ਕੱਪੜੇ ਸਾਡੇ ਕੋਲ ਸਨ ਨਹੀਂ ਕਿ ਉਹਨੂੰ ਕੁਛ ਨਿੱਘ ਪਾ ਸਕਦੇ। ਇੱਕ ਬੀਬੀ ਖੜੀ ਸੀ ਜਿਹਨੂੰ ਤਰਸ ਆਇਆ, ਉਹਨੇ ਆਪਣੇ ਹੀ ਸ਼ਾਲ ਲਾ ਕੇ ਇਹਦੇ ਉੱਤੇ ਦਿੱਤਾ। ਰਾਤ ਤੱਕ ਜਦੋਂ ਚਾਹ ਮੰਗਾ ਕੇ ਬਿਠਾ ਕੇ ਸਹਾਰਾ ਦੇ ਕੇ ਇੱਕ ਘੁੱਟ ਮੂੰਹ 'ਚ ਪਾਇਆ ਤਾਂ ਮੈਨੂੰ ਇੱਕਦਮ ਉਹਦੀ ਸ਼ਕਲ 'ਚੋਂ ਕੁਝ ਚੇਤੇ ਜਿਹਾ ਆਇਆ। ਉਹ ਸ਼ਕਲ ਦੇਖੀ ਜਿਹੀ ਲੱਗੀ ਤੇ ਮੈਨੂੰ ਇੱਕਦਮ ਝੌਲਿਆ ਜਿਹਾ ਪਿਆ ਕਿ ਇਹ ਤਾਂ ਕਿਤੇ ਉਸੇ ਬੱਚੇ ਦੀ ਮਾਂ ਹੀ ਤਾਂ ਨਹੀਂ ਜਿਹੜੀ ਮੋਟਰਸਾਈਕਲ ਲੈਣ ਆਉਂਦਾ ਸੀ। ਪਰ ਇਹ ਕਿਸ ਹਾਲ 'ਚ ਆਈ ਏ? ਕੀ ਹੋ ਗਿਆ? ਪਹਿਲਾਂ ਹੀ ਪਤਾ ਸੀ ਕਿ ਇਹਦਾ ਪਤੀ ਤਾਂ ਆਖਰੀ ਸਾਹਾਂ ਤੇ ਸੀ, ਤਾਂ ਪਰ ਅੱਜ ਕੀ ਹੋਇਆ? ਬੜਾ ਔਖਾ ਉਹਨੂੰ ਠੀਕ ਥੋੜ੍ਹਾ ਜਿਹਾ ਜਦੋਂ ਉਹ ਚਾਹ ਪੀ ਕੇ ਰੱਤੀਕ ਗਰਮੀ ਆਈ ਉਹਦੇ, ਮੈਂ ਘਬਰਾ ਜੇ ਕੇ ਥੋੜ੍ਹਾ ਡਰ ਜੇ ਨਾਲ ਪੁੱਛਿਆ ਕਿ ਤੂੰ ਉਹੀ ਹੈ ਨਾ? ਕਿਤੇ ਮੈਨੂੰ ਪਛਾਣਨ 'ਚ ਗਲਤੀ ਤਾਂ ਨਹੀਂ ਲੱਗ ਰਹੀ? ਅੱਜ ਤੇਰਾ ਪੁੱਤਰ ਨਾਲ ਨਹੀਂ ਆਇਆ? ਉਹਦੀ ਮੋਟਰਸਾਈਕਲ ਦੀ ਕਿਤੇ ਗੱਲ ਪੂਰੀ ਹੋ ਸਕੀ? ਬੜੇ ਸਵਾਲ ਸਨ ਮਨ ਅੰਦਰ। ਘਬਰਾਹਟ ਜਿਹੀ ਵੀ ਸੀ ਉਹਦੀ ਹਾਲਤ ਵੇਖ ਕੇ। ਉਹ ਕੁਝ ਬੋਲੀ ਨਹੀਂ, ਮੇਰੇ ਵੱਲ ਪਥਰਾਈਆਂ ਅੱਖਾਂ ਨਾਲ ਝਾਕਦੀ ਰਹੀ। ਬੜਾ ਜੱਫੀ ਜਿਹੀ 'ਚ ਲੈ ਕੇ ਮੈਂ ਉਹਨੂੰ ਥੋੜ੍ਹਾ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ। ਭੈਣੇ ਦੱਸ ਤਾਂ ਸਹੀ, ਹੋਇਆ ਕੀ? ਸ਼ਾਇਦ ਇਸ ਸ਼ਬਦ ਨੇ ਉਹਨੂੰ ਤੋੜ ਦਿੱਤਾ। ਉਹ ਪੱਥਰ ਬਣੀ ਪਈ ਸੀ। ਇਹ ਸ਼ਬਦ ਸ਼ਾਇਦ ਕਿਸੇ ਨੇ ਉਹਨੂੰ ਕਿਹਾ ਨਹੀਂ ਸੀ। ਉਹ ਭੈਣ ਸ਼ਬਦ ਸੁਣਦਿਆਂ ਰੋ ਪਈ। ਪਰ ਉਸ ਸਮੇਂ ਇੱਕ ਸਾਂਝ ਸੀ ਜਿਸ ਨੇ ਮੈਨੂੰ ਵੀ ਰੋਣ ਲਈ ਮਜਬੂਰ ਕਰ ਦਿੱਤਾ। ਮੈਂ ਉਹਦੀ ਪੀੜ ਕੁਝ ਸਮਝ ਸਕੀ ਸਾਂ, ਪਰ ਮੈਨੂੰ ਉਮੀਦ ਨਹੀਂ ਸੀ ਜੋ ਉਸਨੇ ਅੱਗੋਂ ਬੋਲਣਾ ਸ਼ਾਇਦ ਉਹ ਮੈਂ ਜਰ ਵੀ ਸਕਣਾ ਜਾਂ ਨਹੀਂ। ਉਹ ਕਹਿਣ ਲੱਗੀ, ਅੱਜ ਮੇਰਾ ਪੁੱਤਰ ਨਾਲ ਨਹੀਂ ਆਇਆ। ਮੈਂ ਪੁੱਛਿਆ, ਠੀਕ ਹੈ ਨਾ? ਕੀ ਹੋਇਆ? ਤੂੰ ਇੰਨੀ ਚਿਰ ਆਈ ਵੀ ਨਹੀਂ, ਤੇ ਮੈਂ ਤੇ ਉਹਦੇ ਨਾਲ ਵਾਅਦਾ ਕੀਤਾ ਸੀ ਕਿ ਕੁਝ ਪੈਸੇ ਮੈਂ ਵੀ ਪਾਵਾਂਗੀ। ਮੈਨੂੰ ਤੇਰੀ ਹਾਲਤ ਦਿਖਦੀ ਹੈ ਠੀਕ ਨਹੀਂ। ਤੇਰੇ ਸਿਰ ਦਾ ਸਾਈਂ ਤੇ ਉਹ ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਸਿਰ ਹਿਲਾ ਕੇ ਕਹਿਣ ਲੱਗੀ, ਨਹੀਂ ਰਿਹਾ। ਪੁੱਤਰ ਕਿੱਥੇ ਹੈ? ਨਾਲ ਕਿਉਂ ਨਹੀਂ ਆਇਆ? ਹੰਝੂ ਪੂੰਝਦਿਆਂ ਕਹਿਣ ਲੱਗੀ, ਡਾਕਟਰ ਦੀਦੀ, ਅੱਜ ਉਹਨੂੰ ਮੋਟਰਸਾਈਕਲ ਲੈ ਦਿੱਤਾ। ਅੱਜ ਉਹ 18 ਵਰ੍ਹਿਆਂ ਦਾ ਪੂਰਾ ਹੋਇਆ। ਤੇ ਮੈਨੂੰ ਲੱਗਿਆ ਇਹ ਤਾਂ ਖੁਸ਼ੀ ਦੀ ਗੱਲ ਹੈ। ਤੂੰ ਰੋਈ ਕਿਉਂ? ਇਸ ਹਾਲ 'ਚ ਕਿਉਂ ਆਈ? ਕਿਸੇ ਬੱਚੇ ਦੀ ਜ਼ਿੰਦਗੀ ਭਰ ਦੀ ਤਮੰਨਾ ਪੂਰੀ ਹੋ ਰਹੀ ਹੋਵੇ, ਇੰਨੀ ਖੁਸ਼ੀ ਦੀ ਗੱਲ। ਉਹ ਅੱਜ 18 ਵਰ੍ਹਿਆਂ ਦਾ ਵੀ ਹੋਇਆ, ਉਹਨੂੰ ਮੋਟਰਸਾਈਕਲ ਵੀ ਮਿਲ ਗਿਆ। ਤਾਂ ਇੰਨੀ ਖੁਸ਼ੀ ਦੀ ਗੱਲ ਤੂੰ ਇਸ ਤਰੀਕੇ ਕਿਉਂ ਦੱਸ ਰਹੀ ਹੈ? ਪਤਾ ਜੇ ਉਸ ਕੀ ਕਿਹਾ? ਡਾਕਟਰ ਭੈਣ,
पति दे तुर जाण पिछों मेरे पुत्तर नूं भी नशे दी लत लग गई सी। मैं उसनूं रोज तिल तिल करके मरदियां वेखिया। ये मां दा जिगरा सी जिहड़ा जर गया, होर नहीं कोई जर सकदा। पर मैं उन्हूं इन्ना तिल तिल करके मरदियां वेख नहीं सा सकदी। अज दिल ते पत्थर रखिया सी मैं, एक मां दे दिल ते पत्थर रखिया। पता क्यों? क्योंकि मैं जमीन दा टोटा वेच के अज उसनूं मोटरसाइकिल इस करके फड़ाया कि रोज रोज मरन नालों अज इक्को वार मर जा हाईवे ते किसे ट्रक दे हेठां जा, इक्को वार मर जा, रोज रोज ना मर। ये मां वेख नहीं सकती। एक भी अख नहीं सी जिहड़ी उस हॉल विच, उस कमरे विच नम ना होई होवे। इन्ना पत्थर दिल कोई नहीं हो सकता सिवाय उन्हां दे जिहड़े ये नशे दे सौदागर ने, जिन्हां नूं ये पीड़ दिखदी नहीं। पर यकीनन इन्हां इहो जिहियां मावां दियां बददुआवां जरूर लगदियां होणगियां कि असीं चाहुंदे आ इसे तरीके दियां पंजाबी मावां होर भी होण, जिहड़ियां बलावां लैंदियां ने, दुआवां लैंदियां ने, अपने पुत्तर दी हर बला टाल के लंबियां उमरां दी अरदासां करदियां ने। क्यों? आखिर क्यों? वो सिर्फ इस नशे दे सौदागरां दी भेट चाड़ देण अपने जवान पुत्तर ते उन्हां दियां सदरां नूं। ये सवाल जे तुहाडे लई, कदों जागांगे, कदों उठांगे, कदों इन्हां मावां दी हूक सुणांगे, कदों असीं अपने जवान पुत्तर ट्रक दे हेठां दरड़े जाण तो बचावांगे, कदों उन्हां नूं तड़फदे जिस तरीके रोज़ तिल तिल मरदे ने उन्हां नूं रोक सकांगे। ज़रूर दस्सिओ कि तुसीं मेरे नाल इस जंग विच शामिल हो।